ਸਿਰਸਾ ਸਾਹਿਬ ਨੂੰ ਬੜੀ ਚਿੰਤਾ ਸੀ ਸਿੱਖ ਕੌਮ ਦੀ, ਮੈਂ ਮਸਲੇ ਹੱਲ ਕਰਾਂਗਾ। ਸਟਾਫ ਦੇ ਮਸਲੇ ਤਾਂ ਹੱਲ ਕਰ ਨਹੀਂ ਪਾਇਆ ਅੱਜ ਤੱਕ। ਇਹਨੂੰ ਪਤਾ ਹੁਣ ਜਗ੍ਹਾ ਚੇਂਜ ਕਰਨ ਦੀ ਵਾਰੀ ਆ ਗਈ ਕਿ ਇੱਥੇ ਪਹਿਲੇ ਦਿੱਲੀ ਕਮੇਟੀ ਦੇ ਸਕੂਲ ਬਰਬਾਦ, ਦਿੱਲੀ ਕਮੇਟੀ ਖਰਾਬ ਕਰਤੀ, ਗੁਰੂ ਘਰ ਦਾ ਪੈਸਾ ਖਰਾਬ ਕਰਤਾ, ਛੱਡਿਆ ਕੀ ਇੱਥੇ? ਕੱਖ ਨਹੀਂ ਛੱਡਿਆ। ਇਸ ਕਰਕੇ ਮਨਿੰਦਰ ਸਿੰਘ ਸਿਰਸਾ ਤੇ ਬੀਜੇਪੀ ਵੀ ਵਿਸ਼ਵਾਸ ਨਹੀਂ ਕਰੇਗੀ। ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਦੇਖਣਾ ਕਿ ਮਨਿੰਦਰ ਸਿੰਘ ਸਿਰਸਾ ਜੋ ਬੀਜੇਪੀ ਉਹਨੂੰ ਕਿੱਥੇ ਸੁੱਟੇ। ਦਿੱਲੀ ਦੇ ਵਿੱਚ ਬੜੇ ਸਿੱਖ ਲੀਡਰ ਹੈਗੇ ਨੇ ਜਿਹੜਾ ਬਿਨਾਂ ਕੋਈ ਪਾਰਟੀ ਜੁਆਇਨ ਕਰੇ ਇੰਨਾ ਰੁਤਬਾ ਰੱਖਦੇ ਆ ਕਿ ਉਹ ਸਰਕਾਰਾਂ ਕੋਲੋਂ ਕੰਮ ਕਰਾ ਸਕਦੇ ਆ ਔਰ ਕਰਾਏ ਵੀ। ਕੁਰਸੀ ਵਾਸਤੇ ਆਪਣੇ ਆਸ-ਪਾਸ ਖੜੇ ਬੰਦਿਆਂ ਨੂੰ ਲੱਤ ਮਾਰ ਦੇਗਾ ਤੇ ਬਾਕੀ ਕੀ ਚੀਜ਼ ਨਹੀਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਆਪ ਜੀ ਸਾਰਿਆਂ ਦਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾ ਸਿੱਖ ਸਿਆਸਤ ਦੀਆਂ। ਜਿਸ ਤਰ੍ਹਾਂ ਕਿ ਆਪ ਜੀ ਸਾਰਿਆਂ ਨੂੰ ਪਤਾ ਹੈ, ਮਨਜਿੰਦਰ ਸਿੰਘ ਸਿਰਸਾ ਜੀ ਜੋ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ, ਇੱਕਦਮ ਅਸਤੀਫਾ ਦੇ ਕੇ ਬੀਜੇਪੀ ਪਾਰਟੀ ਨੂੰ ਜੁਆਇਨ ਕਰਦੇ ਨੇ। ਇਹਦੇ ਉੱਤੇ ਕੀ ਵਿਕਲਪ, ਕੀ ਰਾਏ ਹੈ ਸਰਦਾਰ ਜਸਮੀਤ ਸਿੰਘ ਜੀ ਦੀ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮੈਂ ਵਧਾਈ ਦੇਵਾਂਗਾ ਬੀਜੇਪੀ ਨੂੰ ਕਿ ਇਹੋ ਜਿਹਾ ਜਿਹੜਾ ਡਾਕੂ ਹੈ ਦਿੱਲੀ ਕਮੇਟੀ ਦੇ ਵਿੱਚ, ਜਾਂ ਕਹਿ ਲਓ ਘਟੀਆ ਇਨਸਾਨ ਜਿਹਦੀ ਕੋਈ ਨੀਅਤ ਹਮੇਸ਼ਾ ਗਲਤ ਰਹੀ ਹੈ, ਗੁਰੂ ਦੀ ਗੋਲਕ 'ਤੇ ਰਹੀ ਹੈ, ਸਕੂਲਾਂ ਦਾ ਸਟਾਫ ਦਾ ਪੈਸਾ ਖਾਣ 'ਤੇ ਰਹੀ ਹੈ, ਉਹਨੂੰ ਲੈ ਗਏ ਹੈ। ਮੈਂ ਵਧਾਈ ਦਿੰਦਾ ਬੀਜੇਪੀ ਨੂੰ, ਇਹੋ ਜਿਹਾ ਡਾਕੂ ਦਿੱਲੀ ਕਮੇਟੀ 'ਚੋਂ ਕੱਢ ਕੇ ਲੈ ਗਏ ਹੈ। ਦੂਜੀ ਗੱਲ, ਸਿਰਸਾ ਸਾਹਿਬ ਬੜੀ ਦਿੱਲੀ ਕਮੇਟੀ ਦੀ ਸਟੇਜਾਂ ਤੋਂ ਗੱਲਾਂ ਕਰਦੇ ਸੀਗੇ, ਮੈਂ ਪੱਗ ਪਾਈ ਹੈ, ਮੇਰੀ ਪੱਗ ਬੜੀ ਉੱਚੀ ਹੈ, ਮੈਨੂੰ ਲੋੜ ਨਹੀਂ ਕਿਸੇ ਦੀ। ਪਹਿਲਾਂ ਤਾਂ ਸਿਰਸਾ ਸਾਹਿਬ ਨੇ ਅਕਾਲ ਤਖ਼ਤ ਨੂੰ ਵਰਤਿਆ ਆਪਣੀ ਸਿਆਸਤ ਦੀ ਸੀੜੀ ਚੜ੍ਹਨ ਵਾਸਤੇ, ਦਿੱਲੀ ਕਮੇਟੀ ਨੂੰ ਵਰਤਿਆ, ਸਕੂਲ ਸਟਾਫ ਦਾ ਪੈਸਾ ਵਰਤਿਆ, ਸਕੂਲ ਸਟਾਫ ਨੂੰ ਵਰਤਿਆ, ਦਿੱਲੀ ਕਮੇਟੀ ਦਾ ਪੈਸਾ ਵਰਤਿਆ, ਦਿੱਲੀ ਕਮੇਟੀ ਦੀ ਗੋਲਕ ਵਰਤੀ, ਦਿੱਲੀ ਕਮੇਟੀ ਦਾ ਜਿਹੜਾ ਸਟਾਫ ਦਾ PF ਹੈ ਉਹ ਵਰਤਿਆ। ਅੱਜ ਕਿਹਦੇ ਵਾਸਤੇ? ਸਾਰਾ ਸਭ ਕੁਝ ਸਾਹਮਣੇ ਆ ਗਿਆ। ਕਿਸਾਨਾਂ ਨੂੰ ਵਰਤਿਆ, ਕਿਸਾਨਾਂ ਦਾ ਜਿਹੜਾ ਮੈਟਰ ਸੀਗਾ ਕ੍ਰਿਸ਼ੀ ਬਿੱਲ ਦਾ, ਉਸ ਨੂੰ ਲੈ ਕੇ ਸਿਰਸਾ ਸਾਹਿਬ ਨੇ ਬੜਾ ਰੌਲਾ ਪਾਇਆ। ਦਾ ਮਤਲਬ ਤੁਸੀਂ ਵਰਤਿਆ ਸਿਰਫ ਤੇ ਸਿਰਫ ਸਿਆਸਤ ਦੇ ਵਿੱਚ ਆਉਣ ਵਾਸਤੇ ਜਾਂ ਦਿਖਾਉਣ ਵਾਸਤੇ ਕਿ ਮੈਂ ਕਿਸੇ ਸਰਕਾਰੀ ਨੂੰ ਕਿ ਮੈਂ ਬੜੀ ਹਸਤੀ ਆ, ਮੈਂ ਸਿੱਖ ਕੌਮ ਦਾ ਬੜਾ ਵੱਡਾ ਉਹ ਨੁਮਾਇੰਦਾ ਹੈਗਾ। ਪਰ ਸਭ ਨੂੰ ਪਤਾ ਹੈ ਕਿ ਸਿਰਸਾ ਸਾਹਿਬ ਸਿੱਖ ਕੌਮ ਦੇ ਨੁਮਾਇੰਦੇ ਨਹੀਂ ਹੈਗੇ, ਸਿੱਖ ਕੌਮ ਦੇ ਗੱਦਾਰ ਹੈਗੇ ਆ, ਸਿੱਖ ਕੌਮ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੇ ਹੈਗੇ ਆ। ਨਹੀਂ, ਲੇਕਿਨ ਜੇ ਅਸੀਂ ਸਿਰਸਾ ਜੀ ਦੀ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹੜੀ ਉਹਨਾਂ ਨੇ ਮੀਡੀਆ ਨੂੰ, ਸੰਗਤ ਨੂੰ ਐਡਰੈਸ ਕਰਦੇ ਹੋਏ ਦੱਸਿਆ ਕਿ ਉਹਨਾਂ ਦਾ ਜਿਹੜਾ ਇਹ ਫੈਸਲਾ ਹੈ ਉਹ ਪੰਥ ਨੂੰ ਅੱਗੇ ਰੱਖਦੇ ਹੋਏ ਉਹਨਾਂ ਨੇ ਇਸ ਕਰਕੇ ਲਿੱਤਾ ਕਿਉਂਕਿ ਉਹ ਪੰਥ ਦੀ ਭਲਾਈ ਲਈ ਬੀਜੇਪੀ ਪਾਰਟੀ ਜੁਆਇਨ ਕਰ ਲਏ ਨੇ, ਕਿ ਜਿਹੜੇ ਕਾਰਜ ਪੰਥ ਦੀ ਰੁਕੇ ਹੋਏ ਨੇ, ਭਾਵੇਂ ਉਹ ਜਿਹੜੇ ਸਿੰਘ ਨੇ ਜੋ ਕਿ ਅੰਦਰ ਬੰਦ ਨੇ, ਕੈਦ ਨੇ, ਉਹਨਾਂ ਨੂੰ ਉਹਨਾਂ ਦੀ ਰਿਹਾਈ ਵਾਸਤੇ ਜਾਂ ਪੰਥ ਦੀ ਭਲਾਈ ਵਾਸਤੇ ਉਹ ਬੀਜੇਪੀ ਜੁਆਇਨ ਕਰ ਰਹੇ ਨੇ। ਇਸ 'ਤੇ ਆਪ ਜੀ ਦੀ ਕੀ ਰਾਏ ਹੈ? ਦੇਖੋ ਜੀ, ਜੋ ਹਿਸਾਬ ਨਾਲ ਮਨਿੰਦਰ ਸਿੰਘ ਸਿਰਸਾ ਹੈ ਨਾ, ਚਾਹੇ ਉਹ ਪੰਥ ਦੀ ਕਾਰਜ ਕਰਸਤੇ ਗਿਆ ਹੋਇਆ, ਲੇਕਿਨ ਸਿਰਸਾ ਇੰਨਾ ਵੱਡਾ ਇਨਸਾਨ ਨਹੀਂ ਹੈ ਕਿ ਉਹ ਪੰਥ ਦੇ ਕਾਰਜ ਕਰ ਸਕੇ ਜਾਂ ਕਰਵਾ ਸਕੇ। ਉਹਦੀ ਨੀਅਤ ਤੇ ਨੀਅਤ ਸਿਰਫ ਸਿਆਸਤ ਹੈ, ਸਿਰਫ ਕੁਰਸੀ ਹੈ। ਸਿੱਖ ਕੌਮ ਦੇ ਵਿੱਚ ਇੰਨੇ ਵੱਡੇ ਵੱਡੇ ਕੀਰਤੀਮਾਨ ਹੈਗੇ ਆ ਜਿਹੜਾ ਬਿਨਾਂ ਕੋਈ ਪਾਰਟੀ ਜੁਆਇਨ ਕਰੇ ਇੰਨਾ ਰੁਤਬਾ ਰੱਖਦੇ ਆ ਕਿ ਉਹ ਸਿੱਖ ਕੌਮ ਦੇ ਮਸਲੇ ਹੱਲ ਕਰਾ ਸਕਦੇ ਆ। ਸਿਰਸਾ ਸਾਹਿਬ ਅੱਜ ਅਕਾਲੀ ਦਲ ਨੂੰ ਗਾਲਾਂ ਕੱਢ ਰਹੇ ਆ, ਅਕਾਲੀ ਦਲ ਨੂੰ ਮਾੜਾ ਨਹੀਂ। ਠੀਕ ਹੈ, ਬਾਦਲ ਪਰਿਵਾਰ ਨੂੰ ਤੂੰ ਬੋਲ, ਲੇਕਿਨ ਜਿਸ ਬਾਦਲ ਪਰਿਵਾਰ ਨੇ ਤੁਹਾਨੂੰ ਇੱਥੇ ਤੱਕ ਲਿਆ ਕੇ ਖੜਾ ਕਰ ਦਿੱਤਾ, ਅੱਜ ਉਸ ਅਕਾਲੀ ਦਲ ਜਿਹੜੀ ਸ਼ਹੀਦਾਂ ਜਥੇਬੰਦੀ ਹੈ, ਅੱਜ ਤੋਂ 5 ਦਿਨ ਪਹਿਲੇ ਸਿਰਸਾ ਸਾਹਿਬ ਹਰ ਮੀਡੀਆ ਦੇ ਵਿੱਚ ਇਹ ਕਹਿੰਦੇ ਸੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ, ਸ਼ਹੀਦਾਂ ਦੀ ਜਥੇਬੰਦੀ ਹੈ, ਅਸੀਂ ਸਾਰਾ ਕੰਮ ਅਸੀਂ ਕਰਾਂਗੇ, ਸ਼ਹੀਦਾਂ ਦੀ ਜਥੇਬੰਦੀ ਹੈ। ਪਰ ਅੱਜ ਕਿੱਥੇ ਆ? ਅੱਜ ਤੂੰ ਅਸੀਂ ਸ਼ਹੀਦਾਂ ਦੀ ਜਥੇਬੰਦੀ ਨੂੰ ਗਾਲਾਂ ਕੱਢ ਰਿਹਾ। ਤੂੰ ਕੱਢ, ਜਿਹਨੂੰ ਗਾਲਾਂ ਕੱਢਦੀਆਂ ਤੂੰ ਸ਼ਹੀਦਾਂ ਦੀ ਜਥੇਬੰਦੀ ਨੂੰ ਝੂਠਾ ਠਹਿਰਾ ਰਿਹਾ, ਤੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਝੂਠਾ ਠਹਿਰਾਤਾ। ਤੂੰ ਉਹਨਾਂ ਨੇ ਉਹ ਵੀ ਮੁੱਕਰ ਗਿਆ ਕਿ ਮੈਂ ਤਾਂ ਕੋਈ ਮੇਰੀ ਗੱਲ ਹੀ ਨਹੀਂ ਹੋਈ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹ ਵੀ ਝੂਠ ਬੋਲ ਰਹੇ। ਤੇ ਕਿੱਥੇ ਸਟੈਂਡ ਹੈ? ਇਹ ਇੰਨਾ ਵੱਡਾ ਸਿੱਖ ਨਹੀਂ ਹੈ, ਇਹ ਸਿੱਖ ਕੌਮ ਦਾ ਗੱਦਾਰ ਹੈ। ਇਹਨੂੰ ਬੀਜੇਪੀ ਵੀ ਵਰਤ ਕੇ ਕੂੜੇਦਾਨ ਦੇ ਵਿੱਚ ਹੀ ਸੁੱਟੇਗੀ ਜਿੱਥੇ ਕੂੜੇ ਦੀ ਅਸਲੀ ਜਗ੍ਹਾ ਹੁੰਦੀ ਹੈ। ਤੇ ਜਦੋਂ ਇਲੈਕਸ਼ਨਸ ਵੀ ਹੁਣੇ ਪਿੱਛੇ ਹੋਏ ਨੇ, ਜਿਵੇਂ ਆਪ ਜੀ ਨੇ ਵੀ ਇਹ ਮੁੱਦਾ ਚੁੱਕਿਆ ਕਿ ਟੀਚਰਸ ਦੀ ਸੈਲਰੀ ਲੈ ਕੇ, ਕਿ ਜਦੋਂ ਇਲੈਕਸ਼ਨ ਹੋਣੇ ਤੇ ਤਾਂ ਵੀ ਟੀਚਰਸ ਦੀ ਸੈਲਰੀ ਨੂੰ ਲੈ ਕੇ ਇੱਕ ਇਸ਼ੂ ਬਹੁਤ ਜ਼ਿਆਦਾ ਬਣ ਰਿਹਾ ਸੀ। ਟੀਚਰਸ ਨੂੰ ਇਹ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੀ ਸੈਲਰੀ ਜਿੰਨੀ 40% ਡਿਡਕਟ ਕੀਤੀ ਜਾ ਰਹੀ ਹੈ ਉਹ ਵੀ ਉਹਨਾਂ ਨੂੰ ਪੂਰੀ ਦਿੱਤੀ ਜਾਵੇਗੀ। ਇਹ ਤੋਂ ਬਾਅਦ ਜਦੋਂ ਫੈਸਲਾ ਹੋਣਾ ਸੀ, ਉਹਨਾਂ ਨੂੰ ਇਲੈਕਸ਼ਨ ਦੇ ਵੋਟ ਚਾਹੀਦੇ ਸਨ, ਤਾਂ ਵੀ ਮਤਲਬ ਸਿਰਸਾ ਜੀ ਨੇ ਵਾਅਦਾ ਕੀਤਾ ਸੀ, ਉਸ ਵਾਅਦੇ ਨੂੰ ਪੂਰਾ ਵੀ ਕੀਤਾ, ਉਹਨਾਂ ਦੀ ਸੈਲਰੀ ਦਿੱਤੀ ਵੀ। ਬਟ ਹੁਣ ਟੀਚਰਸ ਫਿਰ ਦੁਬਾਰਾ ਇੰਨੀ ਜ਼ਿਆਦਾ ਟਰਬਲਸਮ ਹੋਈਆਂ ਨੇ, ਇੰਨੀ ਜ਼ਿਆਦਾ ਉਹਨਾਂ ਨੂੰ ਦਿੱਕਤ ਆ ਰਹੀ ਹੈ। ਇਹ ਸਭ ਕੁਝ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਜੇ ਤੱਕ ਕੋਈ ਵੀ ਨਿਯੁਕਤ ਨਹੀਂ ਹੋ ਪਾ ਰਿਹਾ, ਤੇ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਇਹ ਅਸਤੀਫਾ ਦੇ ਦਿੱਤਾ ਹੈ, ਬੀਜੇਪੀ ਚਲੇ ਗਏ ਨੇ। ਬਟ ਉਹਨਾਂ ਦਾ ਸਟੈਂਡ ਇਹੀ ਹੈ ਕਿ ਜਿਹੜੇ ਕੌਮ ਦੇ ਮਸਲੇ ਹੱਲ ਨਹੀਂ ਹੋ ਸਕੇ, ਮੈਂ ਉੱਥੇ ਜਾ ਕੇ ਇਹ ਮਸਲੇ ਹੱਲ ਕਰਾਂਗਾ। ਇਹਦੇ ਉੱਤੇ ਆਪ ਜੀ ਦਾ
ਜਿਹੜਾ ਕਹਿੰਦੇ ਨਾ ਇੱਕ ਕੜਾ ਜਵਾਬ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਇੰਨਾ ਵੱਡਾ ਸਿੱਖ ਲੀਡਰ ਨਹੀਂ ਹੈ। ਉਹਦੀ ਅਸਲੀਅਤ ਸਭ ਨੂੰ ਪਤਾ ਹੈ ਕਿ ਉਹਨੇ ਇੱਥੇ ਗੁਰੂ ਘਰ ਦੇ ਵਿੱਚ ਕੀ ਕੁਝ ਕੀਤਾ ਹੈ। ਸ਼ਾਇਦ ਬੀਜੇਪੀ ਵੀ ਐਸੇ ਬੰਦੇ ਨੂੰ ਆਪਣਾ ਜਿਹੜਾ ਚਿਹਰਾ ਨਹੀਂ ਬਣਾਏਗੀ ਅੱਗੇ, ਕਿਉਂਕਿ ਬੀਜੇਪੀ ਨੂੰ ਸਭ ਪਤਾ ਹੈ ਕਿ ਕਿੰਨੇ ਪਾਣੀ 'ਚ ਹੈ। ਬੀਜੇਪੀ ਨੇ ਸਿਰਫ ਤੇ ਸਿਰਫ ਇੱਕ ਇਹਨੂੰ ਵਰਤਣ ਵਾਸਤੇ ਜਿਹੜੀ ਪੰਜਾਬ ਦੀ ਚੋਣ ਹੈ, ਇਹ ਉਹਨਾਂ ਨੂੰ ਪਤਾ ਹੈ ਕਿਹੋ ਜਿਹਾ ਬੰਦਾ ਇਹ ਗੰਦ ਪਾਉਣ ਵਾਲਾ ਬੰਦਾ ਗੰਦ ਹੀ ਪਾ ਸਕਦਾ। ਇਸ ਕਰਕੇ ਮਨਿੰਦਰ ਸਿੰਘ ਸਿਰਸਾ ਤੇ ਬੀਜੇਪੀ ਵੀ ਵਿਸ਼ਵਾਸ ਨਹੀਂ ਕਰੇਗੀ। ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਦੇਖਣਾ ਕਿ ਮਨਿੰਦਰ ਸਿੰਘ ਸਿਰਸਾ ਜੋ ਬੀਜੇਪੀ ਉਹਨੂੰ ਕਿੱਥੇ ਸੁੱਟੇਗੀ। ਮੈਂ ਸਿਰਫ ਇਹਨਾਂ ਕਹਿਣਾ ਚਾਹਾਂਗਾ ਕਿ ਦਿੱਲੀ ਦੇ ਵਿੱਚ ਬੜੇ ਸਿੱਖ ਲੀਡਰ ਹੈਗੇ ਨੇ ਜਿਹੜਾ ਬਿਨਾਂ ਕੋਈ ਪਾਰਟੀ ਜੁਆਇਨ ਕਰੇ ਇੰਨਾ ਰੁਤਬਾ ਰੱਖਦੇ ਆ ਕਿ ਉਹ ਸਰਕਾਰਾਂ ਕੋਲੋਂ ਕੰਮ ਕਰਾ ਸਕਦੇ ਆ ਔਰ ਕਰਾਏ ਵੀ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿਆਂਗਾ, ਸਰਦਾਰ ਪਰਮਜੀਤ ਸਿੰਘ ਸਰਨਾ ਜੀ ਨੇ 13 ਸਾਲ ਸੇਵਾ ਕੀਤੀ ਹੈ। ਉਹਨਾਂ ਨੇ ਕੋਈ ਸਰਕਾਰੀ ਦਰਬਾਰੇ ਕੋਈ MLA MP ਕੁਝ ਨਹੀਂ ਬਣੇ, ਲੇਕਿਨ ਸਰਕਾਰਾਂ ਕੋਲੋਂ ਕੰਮ ਕਰਾਏ ਨਾ। ਸਰਕਾਰਾਂ ਕੋਲੋਂ ਸਕੂਲ ਵੀ ਬਣਵਾਏ, ਸਰਕਾਰਾਂ ਕੋਲੋਂ ਜਗ੍ਹਾ ਵੀ ਲਿਆ, ਸਰਕਾਰਾਂ ਕੋਲੋਂ ਹਰ ਮਸਲੇ ਹੱਲ ਕਰਾਏ। ਚਾਹੇ ਉਹ ਭੁੱਲਰ ਦੀ ਫਾਂਸੀ ਦਾ ਸੀਗਾ, ਜਿੱਦਾਂ ਸੀਗਾ, ਸਾਰੇ ਮਸਲੇ ਹੱਲ ਕਰਾਏ ਨਾ। ਇੱਕ ਨੀਅਤ ਹੋਣੀ ਚਾਹੀਦੀ ਹੈ। ਅਗਰ ਸਿੱਖ ਦੀ ਜਿਹੜੀ ਨੀਅਤ ਹੈ, ਉਹ ਜਿਹੜੀ ਨੀਅਤ ਹੈ ਨਾ ਕੰਮ ਕਰਨ ਦੀ, ਉਹ ਬਹੁਤ ਵੱਡੀ ਹੈ। ਸਾਡਾ ਜਿਹੜਾ ਕਰਤਾਰ ਹੈ ਨਾ, ਜਿਹੜੀ ਪੱਗ ਦਿੱਤੀ ਹੈ ਗੁਰੂ ਗੋਬਿੰਦ ਸਾਹਿਬ ਜੀ ਨੂੰ, ਬਹੁਤ ਵੱਡੀ ਹੈ। ਉਹ ਕੰਮ ਕਰਾਉਣ ਵਾਸਤੇ ਸਰਕਾਰ ਵੀ ਤਿਆਰ, ਸਰਕਾਰ ਨੂੰ ਵੀ ਪਤਾ ਬੰਦੇ ਦੀ ਨੀਅਤ ਸਾਫ਼ ਹੈ, ਉਹ ਉਸ ਸਿੱਖ ਦੇ ਹੌਸਲੇ ਨਾਲ ਕੰਮ ਜ਼ਰੂਰ ਕਰੇਗੀ। ਲੇਕਿਨ ਇਹਦੀ ਨੀਅਤ ਸਰਕਾਰ ਨੂੰ ਵੀ ਪਤਾ ਹੈ, ਇਹਦੀ ਨੀਅਤ ਸੰਗਤ ਨੂੰ ਵੀ ਪਤਾ ਹੈ, ਇਹਦੀ ਨੀਅਤ ਅੱਜ ਬਾਦਲ ਪਰਿਵਾਰ ਨੂੰ ਵੀ ਪਤਾ ਲੱਗ ਚੁੱਕੀ ਹੈ ਕਿ ਮਨਿੰਦਰ ਸਿੰਘ ਸਿਰਸਾ ਕੀ ਚੀਜ਼ ਹੈ। ਇਸ ਕੁਰਸੀ ਵਾਸਤੇ ਆਪਣੇ ਆਸ-ਪਾਸ ਖੜੇ ਬੰਦਿਆਂ ਨੂੰ ਲੱਤ ਮਾਰ ਦੇਗਾ ਤੇ ਬਾਕੀ ਕੀ ਚੀਜ਼ ਨੇ। ਜਿਵੇਂ ਆਪ ਜੀ ਕਹਿ ਰਹੇ ਹੋ ਕਿ ਸਿਰਸਾ ਜੀ ਬਾਰੇ ਸਭ ਨੂੰ ਪਹਿਲੇ ਹੀ ਗਿਆਨ ਹੈ, ਬਟ ਇੱਥੇ ਅਸੀਂ ਇਹ ਵੀ ਰੋਸ਼ਨੀ ਪਾਈਏ ਕਿ ਉਹਨਾਂ ਨੇ ਮਾਨਵਤਾ ਦੀ ਭਲਾਈ ਦਾ ਸੱਦਾ ਦਿੰਦੇ ਹੋਏ ਕਿੰਨੀ ਸਾਰੀ ਚੀਜ਼ਾਂ ਕੋਵਿਡ ਕਾਲ ਵਿੱਚ ਵੀ ਕੀਤੀਆਂ ਨੇ। ਤੇ ਫਿਰ ਜੇ ਇਹ ਸਾਰੀ ਸੱਚਾਈ ਸਭ ਨੂੰ ਪਤਾ ਹੀ ਹੈ ਕਿ ਉਹਨਾਂ ਦੀ ਅਸਲੀਅਤ ਕੀ ਹੈ, ਤੇ ਫਿਰ ਕਿਉਂ ਬੀਜੇਪੀ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਜੁਆਇਨ ਕਰਾਉਂਦੀ ਹੈ? ਦੇਖੋ ਜੀ, ਬੀਜੇਪੀ ਨੂੰ ਇਹੋ ਜਿਹੇ ਅੱਜ ਲੋੜ ਹੈ। ਇਲੈਕਸ਼ਨ ਨੇ ਪੰਜਾਬ ਦੇ ਵਿੱਚ, ਸਭ ਕੁਝ ਹੈ, ਉਹਨਾਂ ਨੂੰ ਲੋੜ ਹੈ। ਪਰ ਮਨਜਿੰਦਰ ਸਿੰਘ ਸਿਰਸਾ ਅੱਜ ਇਹ ਸਮਝ ਆ ਗਈ ਕਿ ਧਰਮ ਨੂੰ, ਦਿੱਲੀ ਕਮੇਟੀ ਨੂੰ, ਸਿੱਖ ਕੌਮ ਨੂੰ, ਸਿੱਖ ਸੰਗਤ ਨੂੰ, ਚਾਹੇ ਕਰੋਨਾ ਕਾਲ ਦੇ ਵਿੱਚ ਸੇਵਾ ਹੋਏ, ਗੁਰੂ ਘਰ ਦੇ ਲੰਗਰ ਨੂੰ, ਗੁਰੂ ਘਰ ਦੇ ਕੰਸਨਟਰੇਟਰਾਂ ਨੂੰ, ਗੁਰੂ ਘਰ ਦੇ ਪੈਸੇ ਨੂੰ ਸਿਰਫ ਤੇ ਸਿਰਫ ਆਪਣੀ ਸਿਆਸਤ ਚਮਕਾਉਣ ਵਾਸਤੇ ਵਰਤਿਆ। ਅੱਜ ਸਭ ਕੁਝ ਸਾਹਮਣੇ ਆ ਗਿਆ ਕਿ ਸਿਰਸਾ ਸਾਹਿਬ ਦੇ ਸਿਧਾਂਤ ਕੀ ਹੈ, ਅਸਲ ਦੇ ਵਿੱਚ ਸਿਧਾਂਤ ਕੀ ਹੈ, ਤੇ ਗੁਰੂ ਘਰ ਦੀ ਸਟੇਜਾਂ ਦੇ ਸਿਧਾਂਤ ਕੀ ਸੀਗੇ ਸਿੱਖ ਕੌਮ ਦੇ ਬਾਰੇ ਜਾਂ ਧਰਮ ਦੇ ਬਾਰੇ। ਕਿ ਉਹਨਾਂ ਨੇ ਧਰਮ ਛੱਡ ਕੇ ਅੱਜ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਕੁਝ ਨਹੀਂ ਰਿਹਾ। ਕਿਉਂਕਿ ਦਿੱਲੀ ਇੱਕ ਹੁੰਦਾ ਨਾ ਇਨਸਾਨ ਦਾ ਜਿਹੜਾ ਕੁਝ ਇੱਕ ਇਲਾਕੇ 'ਚ ਰਹਿ ਰਿਹਾ ਹੋਏ, ਉਹਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਜਾਏ, ਕਿਉਂਕਿ ਉਹਨੂੰ ਆਸ ਪੜੋਸ ਪਤਾ ਲੱਗ ਜਾਏ ਤਾਂ ਚੋਰ ਹੈ, ਠੱਗ ਹੈ। ਇੱਕ ਚੋਰ ਹੁੰਦਾ 5-10 ਹਜ਼ਾਰ ਦੀ ਚੋਰੀ ਕਰਦਾ, ਇਹਨੇ 400-500 ਕਰੋੜ ਦੀ ਚੋਰੀਆਂ ਕੀਤੀਆਂ। 83 ਲੱਖ ਦੀ ਤਾਜ਼ਾ ਚੋਰੀ ਹੋਈ ਹੈ, ਤੁਸੀਂ ਵੀ ਰਿਕਾਰਡ ਕੀਤੀ ਸੀਗੀ, ਜਿਹੜੇ 38 ਲੱਖ ਦੇ ਪੁਰਾਣੇ ਨੋਟ ਸੀਗੇ। ਇਹਨੂੰ ਪਤਾ ਹੁਣ ਜਗ੍ਹਾ ਚੇਂਜ ਕਰਨ ਦੀ ਵਾਰੀ ਆ ਗਈ ਕਿ ਇੱਥੇ ਪਹਿਲੇ ਦਿੱਲੀ ਕਮੇਟੀ ਦੇ ਸਕੂਲ ਬਰਬਾਦ, ਦਿੱਲੀ ਕਮੇਟੀ ਖਰਾਬ ਕਰਤੀ, ਗੁਰੂ ਘਰ ਦਾ ਪੈਸਾ ਖਰਾਬ ਕਰਤਾ, ਛੱਡਿਆ ਕੀ ਇੱਥੇ? ਕੱਖ ਨਹੀਂ ਛੱਡਿਆ। ਟੀਚਰ ਸੈਲਰੀਆਂ ਵਾਸਤੇ ਰੋ ਰਹੀਆਂ, ਟੀਚਰ ਨੂੰ ਆਏ ਦਿਨ ਧਰਨੇ ਦੇਣੇ ਪੈ ਰਹੇ ਆ। ਜਿਹੜੀ ਟੀਚਰ ਨੂੰ ਘਰ ਬੈਠੇ ਸੈਲਰੀ ਮਿਲਦੀ ਸੀਗੀ, ਸਕੂਲ ਦੇ ਵਿੱਚ ਪੜ੍ਹਾ ਕੇ 8 ਘੰਟੇ, ਉਹ ਤੋਂ ਘਰ ਬੈਠੇ ਪਹਿਲੇ ਤਰੀਕ ਨੂੰ ਸੈਲਰੀ ਮਿਲਦੀ ਸੀ, ਅੱਜ 3-3 ਮਹੀਨੇ 4-4 ਮਹੀਨੇ ਸੈਲਰੀ ਰਿਡਿਊਸ ਹੋ ਰਹੀ ਹੈ। 400-500 ਕਰੋੜ ਦਿੱਲੀ ਕਮੇਟੀ ਥੱਲੇ ਹੈ। ਜਿਹੜਾ ਟੀਚਰ ਦਾ ਫੈਸਲਾ ਆਇਆ ਨਾ, ਜਿਸ ਦਿਨ ਉਹ ਲਾਗੂ ਕਰਨਾ ਪੈ ਗਿਆ, ਉਸ ਹਿਸਾਬ ਨਾਲ ਦਿੱਲੀ ਕਮੇਟੀ 150-200 ਕਰੋੜ ਰੁਪਏ ਹੋਰ ਥੱਲੇ ਆ ਗਈ, ਮਾਈਨਸ ਵਿੱਚ ਚਲੀ ਜਾਏਗੀ। ਜੋ ਕੋਰਟ ਦਾ ਫੈਸਲਾ ਆਇਆ ਟੀਚਰ ਦੇ ਲਈ 6 ਪੇ ਕਮਿਸ਼ਨ ਨੂੰ ਲੈ ਕੇ, 7th ਪੇ ਕਮਿਸ਼ਨ ਨੂੰ ਲੈ ਕੇ, ਜੋ ਇਹਨਾਂ ਦੀ ਗਲਤੀਆਂ ਕਰਕੇ ਸਭ ਠੀਕ ਹੋ ਸਕਦਾ ਸੀਗਾ। ਕਰਨਾ ਚਾਹੇ ਸਟਾਫ ਵੀ ਤਿਆਰ ਸੀਗਾ, ਪਰ ਇਹਨਾਂ ਦੇ ਸਟਾਫ ਦੇ ਮੋਢੇ 'ਤੇ ਡਾਂਗਾ ਰੱਖੀਆਂ। ਅੱਜ ਸਟਾਫ ਸਾਡੇ ਸਾਹਮਣੇ ਖੜਾ ਹੈ, ਸਾਡੇ ਕੀ ਹਾਲਾਤ ਨੇ ਪਤਾ ਲੱਗ ਜਾਏਗਾ। ਉਹ 2 ਦਿਨ ਬਾਅਦ ਵੀ ਸਟਾਫ ਤਨਖਾਹ ਨਾ ਮਿਲੀ, ਸਟਾਫ ਨੇ 5 ਦਿਨ ਦਾ ਅਲਟੀਮੇਟਮ ਦਿੱਤਾ, ਨਾ ਤਨਖਾਹ ਮਿਲੀ, ਤੁਹਾਡੇ ਸਾਹਮਣੇ ਹੈ ਸਭ ਕੁਝ। ਸਟਾਫ ਦਾ ਤਨਖਾਹ ਤਾਂ ਦਿਓ। ਸਿਰਸਾ ਸਾਹਿਬ ਨੂੰ ਬੜੀ ਚਿੰਤਾ ਸੀ ਸਿੱਖ ਕੌਮ ਦੀ, ਮੈਂ ਮਸਲੇ ਹੱਲ ਕਰਾਂਗਾ। ਸਟਾਫ ਦੇ ਮਸਲੇ ਤੇ ਹੱਲ ਕਰ ਨਹੀਂ ਪਾਇਆ ਅੱਜ ਤੱਕ। ਸਟਾਫ ਦਾ PF ਦੇ ਬਿਨਾਂ ਦੌੜ ਗਿਆ। ਦਿੱਲੀ ਕਮੇਟੀ ਦੀ ਜਿਹੜੀ ਸਟਾਫ ਦਾ PF ਉਹ ਤੱਕ ਨਹੀਂ ਤੇਰੇ ਤੋਂ ਦਿੱਤਾ ਗਿਆ। ਦਿੱਲੀ ਕਮੇਟੀ ਦੇ ਸਕੂਲ ਦੇ ਸਟਾਫ ਦੀ ਤਨਖਾਹ ਤੇ ਦੇ ਜਾਂਦਾ ਤਾਂ ਉਹਨੂੰ ਬੜਾ ਸਿੱਖ ਕੌਮ ਦਾ ਦਰਦ ਸੀ, ਦੇ ਕੇ ਜਾਂਦਾ। ਭੱਜਦਾ ਨਾ, ਇਹ ਕੌਮ ਨੂੰ ਪਿੱਠ ਦਿਖਾ ਕੇ, ਸਕੂਲ ਬਰਬਾਦ ਕਰਕੇ ਪਿੱਠ ਦਿਖਾ ਕੇ ਭੱਜਿਆ, ਕਿਉਂਕਿ ਇਹਨੂੰ ਪਤਾ ਇੱਥੇ ਸਭ ਕੁਝ ਲੁੱਟ ਚੁੱਕਾ, ਮੈਂ ਸਭ ਖਾ ਚੁੱਕਾ, ਖਾਲੀ ਹੋ ਚੁੱਕਾ, ਹੁਣ ਦੂਜਾ ਕਰ ਲੱਭੀ ਹੈ। ਬਸ ਸਿਰਸਾ ਸਾਹਿਬ ਦੀ ਇੰਨੀ ਹੀ ਮਨਸਾ ਹੈਗੀ ਔਰ ਇਹੀ ਜ਼ਿੰਦਗੀ ਭਰ ਰਹੇਗੀ, ਕਿਉਂਕਿ ਇਹ ਕੂੜੇ ਦੇ ਵਿੱਚ ਹੀ ਸੀਗਾ, ਉਹ ਉੱਥੇ ਹੀ ਰਹੇਗਾ। ਦੇਖਣਾ ਤੁਸੀਂ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।